ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਮੈਂ ਹਾਂ ਗੀਤਾ ਸਕਸੈਨਾ। ਪਹਿਲਾਂ ਪੇਸ਼ ਨੇ ਚੋਣ ਦੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨਿਰਮਾਣ ਵਿੱਚ ਮਹਿਲਾਵਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਮਨ ਕੀ ਬਾਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨੇ ਤਿਉਹਾਰਾਂ ਦੌਰਾਨ ਲੋਕਲ ਲਈ ਵੋਕਲ ਹੋਣ ਦਾ ਸੱਦਾ ਦਿੱਤਾ। ਉੱਤਰ ਪ੍ਰਦੇਸ਼ ਵਿੱਚ 5ਵੇਂ ਗੇੜ ਤਹਿਤ ਅੱਜ 61 ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਪਵਾਈਆਂ ਗਈਆਂ। ਜੰਗ ਨਾਲ ਪ੍ਰਭਾਵਿਤ ਯੂਕਰੇਨ ਤੋਂ ਭਾਰਤੀਆਂ ਨੂੰ ਵਤਨ ਵਾਪਸ ਲਿਆਉਣ ਦਾ ਸਿਲਸਿਲਾ ਜਾਰੀ। ਰੋਪੜ ਜ਼ਿਲ੍ਹੇ ਦੇ 2 ਵਿਦਿਆਰਥੀ ਆਪਣੇ ਘਰ ਪਰਤੇ। ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ। ਅੱਜ ਤੋਂ 3 ਰੋਜ਼ਾ ਪਲਸ ਪੋਲੀਓ ਮੁਹਿੰਮ ਤਹਿਤ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪਿਲਾਈਆਂ ਜਾ ਰਹੀਆਂ ਨੇ ਪੋਲੀਓ ਦੀਆਂ ਬੂੰਦਾਂ। ਪੰਜਾਬ ਵਿੱਚ ਵੀ ਕੌਮੀ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ। ਸੂਬੇ ਭਰ ਵਿੱਚ 24,500 ਪੋਲੀਓ ਬੂਥ ਸਥਾਪਿਤ ਕੀਤੇ ਗਏ ਨੇ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੀਆਂ ਮਹਿਲਾਵਾਂ ਹਰ ਖੇਤਰ ਵਿੱਚ ਪੁਰਾਣੀਆਂ ਮਿੱਥਾਂ ਨੂੰ ਤੋੜ ਕੇ ਅੱਗੇ ਵਧ ਰਹੀਆਂ ਨੇ। ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਦੀ 86ਵੀਂ ਕੜੀ ਵਿੱਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਕਿੱਲ ਇੰਡੀਆ ਤੋਂ ਲੈ ਕੇ ਛੋਟੀਆਂ ਸਨਅਤਾਂ ਤੱਕ ਮਹਿਲਾਵਾਂ ਨੇ ਹਰ ਜਗ੍ਹਾ ਮੋਰਚਾ ਸੰਭਾਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਪਾਰਲੀਮੈਂਟ ਤੋਂ ਲੈ ਕੇ ਪਿੰਡ ਦੀ ਪੰਚਾਇਤ ਤੱਕ ਹਰ ਖੇਤਰ ਵਿੱਚ ਮਹਿਲਾਵਾਂ ਅੱਗੇ ਵਧ ਰਹੀਆਂ ਨੇ। महिलाओं के साहस, कौशल और प्रतिभा से जुड़े कितने ही उदाहरण हम मन की बात में लगातार साझा करते रहे हैं। आज चाहे स्किल इंडिया हो, सेल्फ हेल्प ग्रुप हो या छोटे बड़े उद्योग हो, महिलाओं ने हर जगह मोर्चा संभाला हुआ है। आप किसी भी क्षेत्र में देखिए, महिलाएं पुराने मिथकों को तोड़ रही हैं। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ ਧੀਆਂ ਹੁਣ ਦੇਸ਼ ਦੀ ਰਾਖੀ ਵੀ ਕਰ ਰਹੀਆਂ ਨੇ। ਪ੍ਰਧਾਨ ਮੰਤਰੀ ਮੋਦੀ ਨੇ ਗਣਤੰਤਰ ਦਿਵਸ ਤੇ ਦੇਸ਼ ਦੀਆਂ ਧੀਆਂ ਵੱਲੋਂ ਲੜਾਕੂ ਜਹਾਜ਼ ਉਡਾਉਣ ਦੀ ਉਦਾਹਰਣ ਵੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ ਦੀ ਸਫਲਤਾ ਕਰਕੇ ਦੇਸ਼ ਵਿੱਚ ਲਿੰਗ ਅਨੁਪਾਤ ਸੁਧਰਿਆ ਹੈ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ 3 ਤਲਾਕ ਜਿਹੀ ਸਮਾਜਿਕ ਬੁਰਾਈ ਨੂੰ ਖਤਮ ਕਰਨ ਦਾ ਵੀ ਜ਼ਿਕਰ ਕੀਤਾ ਹੈ। सेना में भी बेटियां अब नई और बड़ी भूमिकाओं में जिम्मेदारी निभा रही हैं और देश की रक्षा कर रही हैं। पिछले महीने गणतंत्र दिवस पर हमने देखा कि आधुनिक फाइटर प्लेन्स को भी बेटियां उड़ा रही है। देश ने सैनिक स्कूलों में भी बेटियों के एडमिशन पर रोक हटाई और पूरे देश में बेटियां सैनिक स्कूलों में दाखिला ले रही हैं। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੇ ਜੀਵਨ ਵਿੱਚ ਸੁਖਾਲੇਪਨ ਅਤੇ ਸਰਲਤਾ ਵਿੱਚ ਤਕਨਾਲੋਜੀ ਨੇ ਕਾਫੀ ਜਗ੍ਹਾ ਬਣਾ ਲਈ ਹੈ। ਬਲਕਿ 28 ਫਰਵਰੀ ਨੂੰ ਕੌਮੀ ਵਿਗਿਆਨ ਦਿਵਸ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਸਟਾਰਟਅਪਸ ਨੂੰ ਹੁਨਰ ਅਤੇ ਵਿਗਿਆਨਕ ਕਰੈਕਟਰ ਦਾ ਇਸਤੇਮਾਲ ਰਾਸ਼ਟਰ ਨਿਰਮਾਣ ਦੇ ਕੰਮਾਂ ਵਿੱਚ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਦੇਸ਼ ਦੀ ਵਿਗਿਆਨ ਯਾਤਰਾ ਨੂੰ ਸਫਲ ਬਣਾਉਣ ਲਈ ਸਰ CV ਰਮਨ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਉਂਦੇ ਤਿਉਹਾਰਾਂ ਦੇ ਮੱਦੇਨਜ਼ਰ ਦੇਸ਼ ਵਾਸੀਆਂ ਨੂੰ ਲੋਕਲ ਲਈ ਵੋਕਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਥਾਨਕ ਉਤਪਾਦਾਂ ਦੀ ਖਰੀਦਦਾਰੀ ਨਾਲ ਅਸੀਂ ਆਸ-ਪਾਸ ਰਹਿਣ ਵਾਲੇ ਲੋਕਾਂ ਦੇ ਜੀਵਨ ਵਿੱਚ ਰੰਗ ਭਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਜਿੰਨੀ ਸਫਲਤਾ ਨਾਲ ਕਰੋਨਾ ਦੇ ਖਿਲਾਫ ਲੜਾਈ ਲੜ ਰਿਹਾ ਹੈ, ਉਸ ਨਾਲ ਤਿਉਹਾਰਾਂ ਵਿੱਚ ਜੋਸ਼ ਵੀ ਕਈ ਗੁਣਾ ਵੱਧ ਗਿਆ ਹੈ, ਪਰ ਇਸ ਦੌਰਾਨ ਸਾਨੂੰ ਸਾਵਧਾਨੀ ਵੀ ਵਰਤਣੀ ਚਾਹੀਦੀ ਹੈ। आने वाले मार्च के महीने में अनेक पर्व त्योहार आ रहे हैं। शिवरात्रि है और कुछ दिन बाद आप सब होली की तैयारी में जुट जाएंगे। होली हमें एक सूत्र में पिरोने वाला त्योहार है। इसका सबसे महत्वपूर्ण तरीका भी आपको याद रखना है। ये तरीका है वोकल फॉर लोकल के साथ त्योहार मनाने का। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 7 ਸਾਲਾਂ ਵਿੱਚ ਦੇਸ਼ ਵਿੱਚ ਆਯੁਰਵੇਦ ਦੇ ਪ੍ਰਚਾਰ ਅਤੇ ਪ੍ਰਸਾਰ ਤੇ ਬਹੁਤ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਯੁਸ਼ ਮੰਤਰਾਲੇ ਦੇ ਗਠਨ ਨਾਲ ਡਾਕਟਰੀ ਇਲਾਜ ਅਤੇ ਸਿਹਤ ਨਾਲ ਜੁੜੇ ਢੰਗ ਤਰੀਕਿਆਂ ਨੂੰ ਹਰਮਨ ਪਿਆਰਾ ਬਣਾਉਣ ਦੇ ਸੰਕਲਪ ਨੂੰ ਹੋਰ ਮਜ਼ਬੂਤੀ ਮਿਲੀ ਹੈ। ਪ੍ਰਧਾਨ ਮੰਤਰੀ ਨੇ ਆਯੁਰਵੇਦ ਦੇ ਖੇਤਰ ਵਿੱਚ ਨਵੇਂ ਸਟਾਰਟਅਪ ਬਣਨ ਤੇ ਖੁਸ਼ੀ ਵੀ ਜ਼ਾਹਰ ਕੀਤੀ। के संकल्प को पिछले 7 वर्षों में देश में आयुर्वेद के प्रचार प्रसार पर बहुत ध्यान दिया गया है। आयुष मंत्रालय के गठन से चिकित्सा और स्वास्थ्य से जुड़े हमारे पारंपरिक तरीकों को लोकप्रिय बनाने के संकल्प को और मजबूती मिली है।
ਪ੍ਰਧਾਨ ਮੰਤਰੀ ਨੇ ਹਰੇਕ ਵਿਅਕਤੀ ਦੇ ਜੀਵਨ ਵਿੱਚ ਮਾਤ ਭਾਸ਼ਾ ਦੀ ਲੋੜ ਅਤੇ ਪ੍ਰਭਾਵ ਬਾਰੇ ਵੀ ਗੱਲ ਕੀਤੀ। ਉਹਨੇ ਕਿਹਾ ਕਿ ਮਾਂ ਅਤੇ ਮਾਤ ਭਾਸ਼ਾ ਦੋਵੇਂ ਮਿਲ ਕੇ ਜੀਵਨ ਦੀ ਬੁਨਿਆਦ ਨੂੰ ਮਜ਼ਬੂਤ ਬਣਾਉਂਦੇ ਨੇ। ਉਹਨੇ ਕਿਹਾ ਕਿ ਜਿਵੇਂ ਅਸੀਂ ਆਪਣੀ ਮਾਂ ਨੂੰ ਕਦੇ ਨਹੀਂ ਛੱਡ ਸਕਦੇ, ਉਵੇਂ ਹੀ ਆਪਣੀ ਮਾਤ ਭਾਸ਼ਾ ਨੂੰ ਛੱਡਿਆ ਨਹੀਂ ਜਾ ਸਕਦਾ। ਦੇਸ਼ ਵਿੱਚ ਭਾਸ਼ਾਈ ਭਿੰਨਤਾ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਡੇ ਦੇਸ਼ ਦੀ ਵਿਲੱਖਣਤਾ ਹੈ ਕਿ ਸਾਡੇ ਇੱਥੇ ਭਾਸ਼ਾਵਾਂ ਅਨੇਕ ਅਤੇ ਭਾਵ ਇੱਕ ਹੈ। अभी कुछ दिन पहले ही हमने मातृभाषा दिवस मनाया। जो विद्वान लोग हैं वो मातृभाषा शब्द कहाँ से आया, इसकी उत्पत्ति कैसे हुई, इसे लेकर बहुत एकेडमिक इनपुट दे सकते हैं। मैं तो मातृभाषा के लिए यही कहूँगा कि जैसे हमारे जीवन को हमारी माँ गढ़ती है, वैसे ही मातृभाषा भी हमारे जीवन को गढ़ती है। माँ और मातृभाषा दोनों मिलकर जीवन की फाउंडेशन को मजबूत बनाते हैं। उत्तर प्रदेश में आम विधानसभा चोणां लई 5वें गेड़ तहत अज वोटां पुआईਆਂ गईਆਂ। 12 ਜ਼ਿਲ੍ਹਿਆਂ ਵਿੱਚ ਪੈਂਦੇ 61 ਵਿਧਾਨ ਸਭਾ ਹਲਕਿਆਂ ਵਿੱਚ ਦੁਪਹਿਰ 5 ਵਜੇ ਤੱਕ 53.98% ਮਤਦਾਨ ਦਰਜ ਕੀਤਾ ਗਿਆ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਅੱਜ ਵੋਟਾਂ ਪੁਆਈਆਂ ਗਈਆਂ ਉਹਨਾਂ ਵਿੱਚ ਸਰਬਸਤੀ, ਬਹਿਰਾਇਚ, ਬਾਰਾਬੰਕੀ, ਅਯੁੱਧਿਆ, ਅਮੇਠੀ, ਰਾਏਬਰੇਲੀ, ਸੁਲਤਾਨਪੁਰ, ਗੌਂਡਾ, ਪ੍ਰਤਾਪਗੜ੍ਹ, ਕੋਸ਼ਾਂਬੀ, ਪ੍ਰਯਾਗਰਾਜ ਅਤੇ ਚਿੱਤਰਕੂਟ ਸ਼ਾਮਲ ਨੇ। ਅੱਜ ਦੇ ਗੇੜ ਦੌਰਾਨ ਵੋਟਰਾਂ ਵੱਲੋਂ ਚੋਣ ਮੈਦਾਨ ਵਿੱਚ ਨਿਤਰੇ 693 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ ਗਿਆ। ਉੱਤਰ ਪ੍ਰਦੇਸ਼ ਵਿੱਚ 7 ਗੇੜਾਂ ਤਹਿਤ ਵਿਧਾਨ ਸਭਾ ਚੋਣਾਂ ਕਰਵਾਈਆਂ ਜਾ ਰਹੀਆਂ ਨੇ। ਹਰ ਪੋਲਿੰਗ ਸਟੇਸ਼ਨ ਤੇ ਈਵੀਐਮ ਮਸ਼ੀਨਾਂ ਦੇ ਨਾਲ-ਨਾਲ ਵੀਵੀਪੈਟ ਮਸ਼ੀਨਾਂ ਵੀ ਲਗਾਈਆਂ ਜਾ ਰਹੀਆਂ ਨੇ। ਭਾਰਤ ਸਰਕਾਰ ਵੱਲੋਂ ਜੰਗ ਨਾਲ ਪੀੜਿਤ ਯੂਕਰੇਨ ਤੋਂ ਭਾਰਤੀਆਂ ਨੂੰ ਵਤਨ ਵਾਪਸ ਲਿਆਉਣ ਦਾ ਸਿਲਸਿਲਾ ਜਾਰੀ ਹੈ। ਆਪਰੇਸ਼ਨ ਗੰਗਾ ਤਹਿਤ ਯੂਕਰੇਨ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦੇ ਜਹਾਜ਼ ਨੇ ਬੁਖਾਰੈਸਟ ਤੋਂ ਨਵੀਂ ਦਿੱਲੀ ਲਈ ਉਡਾਨ ਭਰੀ। ਇਸ ਆਪਰੇਸ਼ਨ ਤਹਿਤ ਏਅਰ ਇੰਡੀਆ ਦੀ ਇਹ ਚੌਥੀ ਉਡਾਨ ਹੈ। ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜयशंकर ਨੇ ਆਪਣੇ ਟਵੀਟ ਵਿੱਚ ਕਿਹਾ ਕਿ ਇਸ ਉਡਾਨ ਰਾਹੀਂ 198 ਭਾਰਤੀ ਨਾਗਰਿਕ ਆਪਣੇ ਵਤਨ ਵਾਪਸ ਆ ਰਹੇ ਨੇ। ਇਸ ਤੋਂ ਪਹਿਲਾਂ ਅੱਜ ਸਵੇਰੇ ਯੂਕਰੇਨ ਵਿੱਚ ਰਹਿ ਰਹੇ 240 ਭਾਰਤੀ ਨਾਗਰਿਕਾਂ ਨੂੰ ਲੈ ਕੇ ਏਅਰ ਇੰਡੀਆ ਦੀ ਇੱਕ ਫਲਾਈਟ ਨਵੀਂ ਦਿੱਲੀ ਪੁੱਜੀ। ਭਾਰਤੀ ਨਾਗਰਿਕਾਂ ਦਾ ਇਹ ਬੈਚ ਪਹਿਲਾਂ ਯੂਕਰੇਨ ਤੋਂ ਯੂਕਰੇਨ ਹੰਗਰੀ ਸਰਹੱਦ ਰਾਹੀਂ ਬੁਡਾਪੈਸਟ ਆਇਆ, ਜਿੱਥੋਂ ਉਨ੍ਹਾਂ ਏਅਰ ਇੰਡੀਆ ਲਈ ਫਲਾਈਟ ਫੜੀ। ਜ਼ਿਕਰਯੋਗ ਹੈ ਕਿ ਯੂਕਰੇਨ ਵਿੱਚ ਸ਼ਹਿਰੀ ਉਡਾਨਾਂ ਲਈ ਏਅਰ ਸਪੇਸ ਬੰਦ ਕਰ ਦਿੱਤਾ ਗਿਆ ਹੈ ਅਤੇ ਪ੍ਰਭਾਵਿਤ ਲੋਕਾਂ ਨੂੰ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਅਤੇ ਹੰਗਰੀ ਦੀ ਰਾਜਧਾਨੀ ਬੁਡਾਪੈਸਟ ਤੋਂ ਭਾਰਤ ਵਾਪਸ ਲਿਆਂਦਾ ਜਾ ਰਿਹਾ ਹੈ। ਭਾਰਤ ਸਰਕਾਰ ਵੱਲੋਂ ਯੂਕਰੇਨ ਤੋਂ ਵਤਨ ਲਿਆਂਦੇ ਗਏ ਵਿਦਿਆਰਥੀ ਪੰਜਾਬ ਨਾਲ ਵੀ ਸੰਬੰਧਿਤ ਨੇ। ਅੱਜ ਯੂਕਰੇਨ ਦੇ ਵਿੱਚ ਪੜ੍ਹਾਈ ਕਰਨ ਗਏ ਆਦਰਸ਼ ਜਸਵਾਲ ਦੀ ਰੋਪੜ ਜ਼ਿਲ੍ਹੇ ਦੇ ਨੰਗਲ ਘਰ ਵਾਪਸੀ ਹੋਈ। ਆਦਰਸ਼ ਜਸਵਾਲ ਦੇ ਘਰ ਖੁਸ਼ੀ ਦਾ ਮਾਹੌਲ ਸੀ ਅਤੇ ਸਾਰਿਆਂ ਨੇ ਉਸ ਦੇ ਸੁਰੱਖਿਅਤ ਘਰ ਪਰਤਣ ਤੇ ਵੱਡੀ ਰਾਹਤ ਮਹਿਸੂਸ ਕੀਤੀ। ਇਸੇ ਤਰ੍ਹਾਂ ਇੱਕ ਹੋਰ ਵਿਦਿਆਰਥਣ ਅੰਕਿਤਾ ਨੇ ਵੀ ਘਰ ਵਾਪਸੀ ਕੀਤੀ। ਇਹਨਾਂ ਵਿਦਿਆਰਥੀਆਂ ਨੇ ਦੱਸਿਆ ਕਿ ਕਿਸ ਤਰ੍ਹਾਂ ਭਾਰਤੀ ਵਿਦਿਆਰਥੀ ਜੰਗ ਦੇ ਮਾਹੌਲ ਵਿੱਚ ਮੌਤ ਦੇ ਸਾਏ ਹੇਠ ਰਹਿ ਰਹੇ ਸਨ। ਇਹਨਾਂ ਵਿਦਿਆਰਥੀਆਂ ਨੇ ਉਹਨਾਂ ਨੂੰ ਵਤਨ ਵਾਪਸ ਲਿਆਉਣ ਤੇ ਯੂਕਰੇਨ ਸਥਿਤ ਭਾਰਤੀ ਅੰਬੈਸੀ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ। तो मैं ये अभी फ़िलहाल थैंक्स करना चाहता हूँ इंडियन एम्बेसी को, थैंक्स करना चाहता हूँ डॉक्टर सुनील को फ्रॉम एमडी हाउस, एंड थैंक्स टू मोदी गवर्नमेंट बिकॉज दे हेल्प मी अ लॉट, एंड थैंक्स टू द फैकल्टी ऑफ द एयर इंडिया। देयर सर्विस इज़ रियली वेरी हेल्पफुल टू अस, देयर फूड सप्लीमेंट्स एंड एवरीथिंग, and I'm sure that they will figure out and they will evacuate every student from the Ukraine. ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮਾਣੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਭਾਰਤੀ ਸੁਤੰਤਰਤਾ ਸੰਗਰਾਮੀ ਚੰਦਰ ਸ਼ੇਖਰ ਬਾਰੇ ਜਾਣਕਾਰੀ ਦੇ ਰਹੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਮਹਾਨ ਕ੍ਰਾਂਤੀਕਾਰੀ ਅਤੇ ਸੁਤੰਤਰਤਾ ਸੈਨਾਨੀ ਚੰਦਰ ਸ਼ੇਖਰ ਆਜ਼ਾਦ ਦੀਆਂ ਯਾਦਾਂ ਨੂੰ ਨਮਨ ਕਰ ਰਹੇ ਹਾਂ, ਜਿਨ੍ਹਾਂ ਨੇ ਅੰਗਰੇਜ਼ਾਂ ਦੇ ਹੱਥੋਂ ਗ੍ਰਿਫਤਾਰ ਨਾ ਹੋਣ ਦਾ ਆਪਣਾ ਸੰਕਲਪ ਪੂਰਾ ਕੀਤਾ ਅਤੇ ਪੁਲਿਸ ਤੋਂ ਘਿਰੇ ਜਾਣ ਤੇ 27 ਫਰਵਰੀ 1931 ਨੂੰ ਖੁਦ ਨੂੰ ਗੋਲੀ ਮਾਰ ਲਈ। चलते भी गए कहते भी गए आजादी के परवाने। ਚੰਦਰ ਸ਼ੇਖਰ ਦਾ ਜਨਮ 23 ਜੁਲਾਈ 1906 ਨੂੰ ਤਤਕਾਲੀ ਅਲੀ ਰਾਜਪੁਰ ਰਿਆਸਤ ਵਿੱਚ ਹੋਇਆ ਸੀ, ਜੋ ਹੁਣ ਮੱਧ ਪ੍ਰਦੇਸ਼ ਵਿੱਚ ਹੈ।
ਉਹਨਾਂ ਨੇ 1920-21 ਵਿੱਚ ਬਨਾਰਸ ਵਿੱਚ ਨਾ ਮਿਲਵਰਤਨ ਅੰਦੋਲਨ ਵਿੱਚ ਭਾਗ ਲਿਆ ਅਤੇ ਵਿਦੇਸ਼ੀ ਸਮਾਨ ਦੀ ਵਿਕਰੀ ਦਾ ਵਿਰੋਧ ਕੀਤਾ। ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਖਾਰੇ ਘਾਟ ਅਦਾਲਤ ਵਿੱਚ ਉਹਨਾਂ ਖਿਲਾਫ ਮੁਕੱਦਮਾ ਚਲਾਇਆ ਗਿਆ। ਉਸ ਵੇਲੇ ਦਾ ਮੈਜਿਸਟ੍ਰੇਟ ਸੁਤੰਤਰਤਾ ਸੈਨਾਨੀਆਂ ਦੇ ਖਿਲਾਫ ਆਪਣੇ ਜ਼ੁਲਮ ਅਤੇ ਕਠੋਰਤਾ ਲਈ ਬਦਨਾਮ ਸੀ। ਅਦਾਲਤ ਵਿੱਚ ਚੰਦਰ ਸ਼ੇਖਰ ਦਾ ਰਵੱਈਆ ਨਿਡਰ ਅਤੇ ਨਾਫੁਰਮਾਨੀ ਸੀ। नाम क्या है तुम्हारा? मैंने पूछा नाम क्या है तुम्हारा? आजाद, बाप का क्या नाम है तुम्हारा? स्वतंत्र, कहाँ रहते हो तुम? जेल में। ले जाओ इसको मेरी आंखों के सामने से और 15 करोड़ की सजा दी जाए। भारत माता की जय। वंदे मातरम, वंदे मातरम। ਨਾ ਮਿਲਵਰਤਨ ਅੰਦੋਲਨ ਰੋਕੇ ਜਾਣ ਤੋਂ ਬਾਅਦ ਚੰਦਰ ਸ਼ੇਖਰ ਆਜ਼ਾਦ ਕ੍ਰਾਂਤੀਕਾਰੀ ਸੁਤੰਤਰਤਾ ਸੰਗਰਾਮ ਵਿੱਚ ਸ਼ਾਮਲ ਹੋ ਗਏ। ਉਹ ਮਨਮਥ ਨਾਥ ਗੁਪਤਾ ਅਤੇ ਪ੍ਰਣਵੇਸ਼ ਚੈਟਰਜੀ ਨਾਲ ਸੰਪਰਕ ਵਿੱਚ ਆਏ ਅਤੇ ਬਨਾਰਸ ਵਿੱਚ ਕ੍ਰਾਂਤੀਕਾਰੀ ਦਲ ਦੇ ਮੈਂਬਰ ਬਣ ਗਏ। 1925 ਵਿੱਚ ਰਾਮ ਪ੍ਰਸਾਦ ਬਿਸਮਿਲ ਦੀ ਅਗਵਾਈ ਵਿੱਚ ਕਾਕੋਰੀ ਘਟਨਾ ਵਿੱਚ ਸ਼ਾਮਲ ਆਜ਼ਾਦ ਝਾਂਸੀ ਚਲੇ ਗਏ ਅਤੇ ਮਾਸਟਰ ਰੁਦਰ ਨਾਰਾਇਣ ਸਿੰਘ ਦੀ ਦੇਖ-ਰੇਖ ਵਿੱਚ ਠਹਿਰੇ। ਝਾਂਸੀ ਵਿੱਚ ਉਹਨਾਂ ਨੂੰ ਸਦਾਸ਼ਿਵ ਰਾਓ ਮਲਕਾਪੁਰਕਰ, ਭਗਵਾਨ ਦਾਸ ਮਾਹੌਰ ਅਤੇ ਵਿਸ਼ਵਨਾਥ ਵੈਂਸ਼ਪਾਇਨ ਜਿਹੇ ਵਧੀਆ ਸਹਿਯੋਗੀ ਮਿਲੇ। ਪੁਲਿਸ ਦੇ ਛਾਪਿਆਂ ਤੋਂ ਬਚਣ ਲਈ ਆਜ਼ਾਦ ਓਰਛਾ ਨਿਕਲ ਗਏ। ये मेरा दिल मेरे जिस्म जहाँ हर जन्म तुझ पे कुर्बान है बहार, इसका हर एक जरा सितारा लगे तेरी माटी मेरा आसमां ऐ हिंदुस्तान। 8 ਤੇ 9 ਸਤੰਬਰ 1928 ਨੂੰ ਫਿਰੋਜ਼ ਸ਼ਾਹ ਕੋਟਲਾ ਵਿੱਚ ਕ੍ਰਾਂਤੀਕਾਰੀਆਂ ਦੀ ਬੈਠਕ ਤੋਂ ਬਾਅਦ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ HSRA ਹੋਂਦ ਵਿੱਚ ਆਇਆ। 17 ਦਸੰਬਰ 1928 ਨੂੰ ਆਜ਼ਾਦ ਨੇ ਸੈਂਡਰਸ ਦੀ ਹੱਤਿਆ ਵਿੱਚ ਕਿਰਿਆਸ਼ੀਲ ਰੂਪ ਵਿੱਚ ਭਾਗ ਲਿਆ ਅਤੇ ਉਹਨਾਂ ਦੇ ਇਸ਼ਾਰੇ 'ਤੇ ਹੀ ਭਗਤ ਸਿੰਘ ਅਤੇ ਬਟੂਕੇਸ਼ਵਰ ਦੱਤ ਨੇ 8 ਅਪ੍ਰੈਲ 1929 ਨੂੰ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਵਿੱਚ ਬੰਬ ਸੁੱਟਿਆ। ਦਸੰਬਰ 1929 ਵਿੱਚ ਵਾਇਸਰਾਏ ਦੀ ਟ੍ਰੇਨ ਉਡਾਉਣ ਦੇ ਯਤਨ ਵਿੱਚ ਵੀ ਉਹ ਅਪ੍ਰਤੱਖ ਰੂਪ ਨਾਲ ਸ਼ਾਮਲ ਸਨ। ऐ वतन हमको तेरी कसम, तेरी राहों में जहाँ तक लुटा जाएंगे। ਉਹਨਾਂ ਦੇ ਇੱਕ ਸਹਿਯੋਗੀ ਨੇ ਵਿਸ਼ਵਾਸਘਾਤ ਕੀਤਾ ਅਤੇ 27 ਫਰਵਰੀ 1931 ਨੂੰ ਇਲਾਹਾਬਾਦ ਦੇ ਐਲਫਰੈਡ ਪਾਰਕ ਵਿੱਚ ਚੰਦਰ ਸ਼ੇਖਰ ਦੇ ਹੋਣ ਦਾ ਪਤਾ ਪੁਲਿਸ ਨੂੰ ਦੇ ਦਿੱਤਾ। ਜਦੋਂ ਭਾਰੀ ਹਥਿਆਰਾਂ ਨਾਲ ਲੈਸ ਪੁਲਿਸ ਨੇ ਚੰਦਰ ਸ਼ੇਖਰ ਨੂੰ ਘੇਰ ਲਿਆ ਤਾਂ ਉਹਨਾਂ ਨੇ ਇਕੱਲੇ ਆਪਣੇ ਕੋਲ ਕੇਵਲ ਇੱਕ ਛੋਟੀ ਜਿਹੀ ਪਿਸਤੌਲ ਅਤੇ ਕੁਝ ਗੋਲੀਆਂ ਦੇ ਸਹਾਰੇ ਬੜੀ ਦਲੇਰੀ ਨਾਲ ਮੁਕਾਬਲਾ ਕੀਤਾ ਅਤੇ ਪੁਲਿਸ ਨੂੰ ਆਪਣੇ ਨੇੜੇ ਤੇੜੇ ਵੀ ਫਟਕਣ ਨਾ ਦਿੱਤਾ। ਜਦੋਂ ਪਿਸਤੌਲ ਵਿੱਚ ਕੇਵਲ ਇੱਕ ਗੋਲੀ ਬਾਕੀ ਰਹਿ ਗਈ ਤਾਂ ਉਸ ਬਹਾਦਰ ਅਤੇ ਨਿਡਰ ਸਾਹਸੀ ਨੇ ਆਪਣੀ ਪੁੜਪੁੜੀ ਵਿੱਚ ਉਹ ਗੋਲੀ ਮਾਰ ਲਈ ਅਤੇ ਗ੍ਰਿਫਤਾਰ ਨਾ ਹੋਣ ਦਾ ਆਪਣਾ ਸੰਕਲਪ ਪੂਰਾ ਕੀਤਾ। हम शहादत की हद से गुजर के चले है वतन सब तेरे नाम करके चले। ਪ੍ਰਯਾਗਰਾਜ ਦੇ ਜਿਸ ਪਾਰਕ ਵਿੱਚ ਇਹ ਘਟਨਾ ਵਾਪਰੀ ਉਸ ਨੂੰ ਉਹਨਾਂ ਦੀ ਯਾਦ ਵਿੱਚ ਚੰਦਰ ਸ਼ੇਖਰ ਆਜ਼ਾਦ ਪਾਰਕ ਨਾਂ ਦਿੱਤਾ ਗਿਆ। ਉਹਨਾਂ ਦੀ ਪਿਸਤੌਲ ਅੱਜ ਵੀ ਪ੍ਰਯਾਗਰਾਜ ਅਜਾਇਬ ਘਰ ਦੀ ਕੰਧ ਤੇ ਸਜੀ ਹੈ। ਦੇਸ਼ ਦੀ ਮਿੱਟੀ ਦੇ ਇਸ ਆਜ਼ਾਦ ਸਪੂਤ ਨੂੰ ਸਾਡਾ ਕੋਟੀ-ਕੋਟੀ ਨਮਨ। जाते जाते लबों पर दुआ है यही,
पंजाब में अज तो 3 रोज़ा कौमी पल्स पोलियो मुहिम शुरू हुई। सूबा पद्धरी समागम दौरान पंजाब के सेहत ते परिवार भलाई विभाग के प्रमुख सकत्तर राजकमल चौधरी ने मोहाली के सिविल हस्पताल विखे कुछ नव जन्मे बच्चों को पोलियो बूंदा पिला के इस मुहिम की शुरुआत की। इस मौके परिवार भलाई विभाग के डायरैक्टर डॉक्टर OP गोजरा और सेहत डायरैक्टर डॉक्टर GB सिंह भी मौजूद सन। मीडिया नाल गलबात करदिआं राजकमल चौधरी ने दस्सिया कि सूबे विच पल्स पोलियो मुहिम दौरान 5 साल तक की उम्र के 31 लाख बच्चों को कवर किया जाएगा। उन्होंने अगे दस्सिया कि इस मुहिम दौरान 100% टीचा हासिल करने लई पंजाब भर में 24,500 पोलियो बूथ स्थापित किए गए हैं। मोबाइल टीमों तो इलावा बस अड्डियां ते रेलवे स्टेशनों आदि जनतक थावां ते 800 ट्रांजिट कैंप भी लगाए गए हैं। पल्स पोलियो मुहिम दौरान सेहत विभाग वालों झुग्गी झोपड़ी इट्टां दे पट्ठियां ते उसारी वालियां थावां नूं कवर करने नूं खास तौर ते यकीनी बनाया जा रहा है। पहले दिन जो भी बच्चे पोलियो खुराक लैण तो वांझे रह जाएंगे उन्हां नूं अगले 2 दिनां दौरान घरों घरी जाके पोलियो दवाई पिलाई जाएगी। इसलिए ਅਸੀਂ एक बहुत ਵੱਡੇ ਪੱਧਰ ਤੇ ਔਰ 100% ਕਵਰੇਜ ਜਿਹੜੀ ਸਾਡੀ ਟਾਰਗੇਟ ਪੋਪੂਲੇਸ਼ਨ 5 ਸਾਲ ਤੋਂ ਘੱਟ ਬੱਚਿਆਂ ਦੀ ਹੈ ਉਹ ਤਕਰੀਬਨ 31 ਲੱਖ ਹੈ ਪੰਜਾਬ ਦੀ। ਉਹ ਸਾਰਿਆਂ ਨੂੰ ਅਸੀਂ ਕਵਰ ਕਰਨਾ ਹੈਗਾ। ਇਸੇ ਤਰ੍ਹਾਂ ਟ੍ਰਾਂਜ਼ਿਟ ਟੀਮਸ ਦੀ ਅਸੀਂ ਤਕਰੀਬਨ 800 ਦੇ ਬਣਾਏ ਹੈਗੇ ਆ। ਉਹਨਾਂ ਵਿੱਚ ਰੇਲਵੇ ਸਟੇਸ਼ਨਸ ਬੱਸ ਸਟੈਂਡਸ ਵਗੈਰਾ ਇਸ ਤਰ੍ਹਾਂ ਦੇ ਜਿੱਥੇ ਲੋਕੀ ਆਉਂਦੇ ਜਾਂਦੇ ਹੈਗੇ ਉੱਥੇ ਵੀ ਅਸੀਂ ਕਵਰੇਜ ਪੂਰੇ 100% ਕਵਰੇਜ ਵਾਸਤੇ ਉਹਨਾਂ ਦੀ ਟੀਮਸ ਨੂੰ ਲਗਾਇਆ ਹੈਗਾ। इस दे नाल खबरों का यह बुलेटिन खत्म होता है तो हुण मैं मास्क लगा के स्टूडियो तो बाहर जा रही हाँ। तुसीं भी अपने घरों बाहर निकलन लग्गिया मास्क जरूर पहनो। इजाजत दो। नमस्कार।